ਸਵਾਗਤ ਹੈ ਜੀ ਤੁਹਾਡਾ ਮੇਰੇ ਇਸ ਚੈਨਲ ਕਲਿਆਣ ਸਟੱਡੀਜ਼ ਤੇ। ਈਟੀਟੀ ਦਾ ਪੇਪਰ ਆ ਚੁੱਕਿਆ ਹੈ ਤੇ ਹੁਣ ਉਮੀਦ ਹੈ ਕਿ ਸੀਟੈਟ, ਪੀਐਸਟੈਟ ਔਰ ਮਾਸਟਰ ਕੇਡਰ ਦੇ ਪੇਪਰ ਵੀ ਬਹੁਤ ਜਲਦ ਆ ਜਾਣਗੇ ਤੇ ਇਸ ਲਈ ਸਾਨੂੰ ਆਪਣੀ ਤਿਆਰੀ ਹੈ ਜੋ ਪੂਰੇ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕਰ ਦੇਣੀ ਚਾਹੀਦੀ ਆ। ਅਸੀਂ ਜਿਵੇਂ ਜਾਣਦੇ ਹਾਂ ਕਿ ਜੋ ਭਾਰਤੀ ਇਤਿਹਾਸ ਹੈ ਉਹਨੂੰ 3 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਹਿੱਸਾ ਹੈ ਐਂਸ਼ੀਅੰਟ ਇੰਡੀਅਨ ਹਿਸਟਰੀ, ਸੈਕੰਡ ਹੈ ਮੀਡੀਏਵਲ ਇੰਡੀਅਨ ਹਿਸਟਰੀ ਔਰ ਥਰਡ ਹੈ ਮੋਡਰਨ ਇੰਡੀਅਨ ਹਿਸਟਰੀ। ਤੇ ਆਪਾਂ ਸੀਰੀਅਲ ਵਾਈਜ਼ ਜਾਵਾਂਗੇ। ਸਭ ਤੋਂ ਪਹਿਲਾਂ ਆਪਾਂ ਐਂਸ਼ੀਅੰਟ ਇੰਡੀਅਨ ਹਿਸਟਰੀ ਕਰਾਂਗੇ ਔਰ ਇਸ ਦਾ ਸਭ ਤੋਂ ਪਹਿਲਾ ਟੌਪਿਕ ਹੈ ਹੜੱਪਾ ਸੱਭਿਅਤਾ। ਹਾਂਜੀ, ਚਲੋ ਹੁਣ ਆਪਾਂ ਅੱਗੇ ਕਰਦੇ ਹਾਂ। ਪੁਰਾਣੇ ਇਤਿਹਾਸਕਾਰ ਕਿਸ ਨੂੰ ਆਧਾਰ ਮੰਨ ਕੇ ਇਤਿਹਾਸ ਲਿਖਦੇ ਸਨ? ਖੋਜਾਂ, ਤਾਮਰ ਪੱਤਰ, ਸੰਸਕ੍ਰਿਤੀ ਜਾਂ ਤਸਵੀਰਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਖੋਜਾਂ, ਤਾਮਰ ਪੱਤਰ, ਤਸਵੀਰਾਂ ਇਹ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀਆਂ ਨੇ ਇਤਿਹਾਸ ਨੂੰ ਲਿਖਣ ਵਿੱਚ। ਪਰ ਇਹ ਸਾਰੀਆਂ ਚੀਜ਼ਾਂ ਜੋ ਹੈ ਉਹ ਕਾਹਦੇ ਵਿੱਚ, ਉਹ ਸੰਸਕ੍ਰਿਤੀ ਵਿੱਚ ਆ ਜਾਂਦੀਆਂ ਹੈ। ਇਸ ਕਰਕੇ ਅਗਰ ਸਾਡੇ ਕੋਲ ਆਪਸ਼ਨ ਸੰਸਕ੍ਰਿਤੀ ਹੈ ਤਾਂ ਅਸੀਂ ਇਸ ਦਾ ਉੱਤਰ ਸੰਸਕ੍ਰਿਤੀ ਹੀ ਦੇਵਾਂਗੇ। ਹੜੱਪਾ ਸੱਭਿਅਤਾ ਕਿੰਨੇ ਸਾਲ ਪੁਰਾਣੀ ਹੈ? 7000 ਸਾਲ, 6000, 5000 ਸਾਲ, 4000 ਸਾਲ। ਇਸ ਦਾ ਸਹੀ ਉੱਤਰ ਹੈ ਜੀ 5000 ਸਾਲ। ਬਹੁਤ ਸਾਰੇ ਵਿਦਵਾਨ ਨੇ, ਸਰ ਜੌਨ ਮਾਰਸ਼ਲ ਹੈ, ਸਰ ਮਾਰਟੀਮਰ ਵੋਇਲਰ ਹੈ, ਇਸ ਤੋਂ ਇਲਾਵਾ ਆਰ.ਕੇ. ਮੁਖਰਜੀ ਹੈ। ਇਹਨਾਂ ਸਾਰੇ ਇਤਿਹਾਸਕਾਰਾਂ ਨੇ ਜੋ ਇਸ ਦੀ ਸੱਭਿਅਤਾ ਦਾ ਸਮਾਂ ਹੈ ਉਹ ਅਲੱਗ-ਅਲੱਗ ਦਿੱਤਾ ਹੋਇਆ ਹੈ, ਪਰ ਜ਼ਿਆਦਾਤਰ ਇਤਿਹਾਸਕਾਰ 5000 ਸਾਲ ਨੂੰ ਸਹੀ ਮੰਨਦੇ ਨੇ। ਤਾਂ ਇਸ ਕਰਕੇ ਅਸੀਂ ਇਸ ਦਾ ਕੀ ਸਹੀ ਉੱਤਰ ਲਗਾਵਾਂਗੇ? 5000 ਸਾਲ ਪੁਰਾਣੀ ਹੈ ਹੜੱਪਾ ਸੱਭਿਅਤਾ। ਕਿੰਨੇ ਸਾਲ ਪੁਰਾਣੀ ਹੈ ਜੀ? 5000 ਸਾਲ। ਹੜੱਪਾ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸਿੰਧੂ ਘਾਟੀ ਸੱਭਿਅਤਾ, ਤਾਮਰ ਯੁੱਗ, ਕਾਂਸਾ ਯੁੱਗ, ਸਿੰਧ ਸਰਸਵਤੀ ਯੁੱਗ। ਸਿੰਧ ਘਾਟੀ ਸੱਭਿਅਤਾ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਹੜੱਪਾ ਸੱਭਿਅਤਾ ਨੂੰ ਸਿੰਧ ਘਾਟੀ ਸੱਭਿਅਤਾ ਅਸੀਂ ਜਾਣਦੇ ਹਾਂ ਕਿਉਂਕਿ ਇਹ ਜੋ ਹੜੱਪਾ ਹੈ ਉਹ ਸਿੰਧ ਘਾਟੀ ਸੱਭਿਅਤਾ, ਹੜੱਪਾ ਸੱਭਿਅਤਾ ਹੈ ਉਹ ਸਿੰਧ ਘਾਟੀ ਸੱਭਿਅਤਾ ਦੇ ਆਸ-ਪਾਸ ਹੀ ਜ਼ਿਆਦਾ ਪਣਪੀ ਹੈ। ਤਾਮਰ ਯੁੱਗ ਔਰ ਕਾਂਸਾ ਯੁੱਗ ਇਸ ਕਰਕੇ ਕਹਿੰਦੇ ਆ ਕਿਉਂਕਿ ਇੱਥੇ ਤਾਂਬਾ ਔਰ ਕਾਂਸੇ ਦਾ ਪ੍ਰਯੋਗ ਸਭ ਤੋਂ ਪਹਿਲਾਂ ਹੋਣਾ ਸ਼ੁਰੂ ਹੋਇਆ ਹੈ। ਸਿੰਧ ਸਰਸਵਤੀ ਯੁੱਗ ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਸੱਭਿਅਤਾ ਜੋ ਹੈ ਉਹ ਸਿੰਧ ਸਰਸਵਤੀ ਨਦੀ ਦੇ ਉੱਪਰ ਹੀ ਪਣਪੀ ਹੈ। ਹਾਂਜੀ, ਤਾਂ ਇਹਦੇ ਸਾਰੇ ਉੱਤਰ ਹੀ ਸਹੀ ਹਨ। ਇਸ ਨੂੰ ਸਿੰਧ ਘਾਟੀ ਸੱਭਿਅਤਾ, ਤਾਮਰ ਯੁੱਗ, ਕਾਂਸਾ ਯੁੱਗ ਔਰ ਸਿੰਧ ਸਰਸਵਤੀ ਯੁੱਗ ਕਿਹਾ ਜਾਂਦਾ ਹੈ। ਇਸ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ? ਆਰ.ਡੀ. ਬੈਨਰਜੀ, ਵਾਈ.ਡੀ. ਸ਼ਰਮਾ, ਦਿਆਰਾਮ ਸਾਹਨੀ, ਆਰ.ਐਸ. ਬਿਸਤ। ਹੜੱਪਾ ਸੱਭਿਅਤਾ ਦੀ ਖੋਜ ਕਿਸ ਨੇ ਕੀਤੀ? ਦਿਆਰਾਮ ਸਾਹਨੀ ਨੇ। ਹਾਂਜੀ, ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਰ ਅਲੈਗਜ਼ੈਂਡਰ ਕਨਿੰਘਮ ਦੀ ਅਗਵਾਈ ਵਿੱਚ ਦਿਆਰਾਮ ਸਾਹਨੀ ਜੀ ਨੇ ਇਸ ਸੱਭਿਅਤਾ ਦੀ ਖੋਜ ਕੀਤੀ। ਸਿੰਧ ਘਾਟੀ ਸੱਭਿਅਤਾ ਦੀ ਖੋਜ ਕਦੋਂ ਹੋਈ? 1953-54, 1921-22, 1931-32, 1954-55। ਤਾਂ ਇਸ ਦਾ ਸਹੀ ਉੱਤਰ ਹੈ 1921-22। ਹਾਂਜੀ, ਇਸ ਦਾ ਉੱਤਰ ਹੈ 1921-22। ਮੈਂ 21 ਔਰ 22 ਇਸ ਕਰਕੇ ਦਿੱਤਾ ਕਿਉਂਕਿ ਕਈ ਜਗ੍ਹਾ 'ਤੇ ਇਸ ਦਾ ਉੱਤਰ ਆਉਂਦਾ ਹੈ 1921 ਅਤੇ ਕਈ ਜਗ੍ਹਾ 'ਤੇ ਇਸ ਦਾ ਉੱਤਰ ਆਉਂਦਾ ਹੈ 1922। ਅਗਰ ਤੁਹਾਡੇ ਕੋਲ ਆਪਸ਼ਨ ਇਹਨਾਂ ਵਿੱਚੋਂ ਇੱਕ ਆਪਸ਼ਨ ਤਾਂ ਜ਼ਰੂਰੀ ਆਵੇਗਾ 1921 ਜਾਂ 1922। ਤਾਂ ਦੋਨਾਂ ਵਿੱਚੋਂ ਅਗਰ ਕੋਈ ਵੀ ਆਪਸ਼ਨ ਆਉਂਦਾ ਤਾਂ ਉਹ ਸਾਡਾ ਉੱਤਰ ਸਹੀ ਹੋਵੇਗਾ। ਖੁਦਾਈ ਦਾ ਸਮਾਂ ਕੀ ਸੀ? 2500 ਤੋਂ 1750 BC, 2350 ਤੋਂ 1750 BC, 2600 ਤੋਂ 1900 BC, 2500 ਤੋਂ 1700 BC। ਹਾਂਜੀ, ਇਹਦੇ ਸਾਰੇ ਉੱਤਰ ਹੀ ਸਹੀ ਆ। 2500 ਤੋਂ 1750 BC ਇਹ ਸਰ ਅਲੈਗਜ਼ੈਂਡਰ ਕਨਿੰਘਮ ਨੇ ਦਿੱਤਾ ਸਮਾਂ। 2350, 1700 ਤੋਂ 1750, 2500 ਤੋਂ 1700 BC ਇਹ ਭਾਰਤੀ ਪੁਰਾਤੱਤਵ ਵਿਭਾਗ ਉਹਨਾਂ ਨੇ ਦਿੱਤਾ ਹੈ ਸਮਾਂ। ਅਤੇ 2600 ਤੋਂ 1900 BC ਇਹ ਸਾਨੂੰ NCERT ਦੇ ਅਨੁਸਾਰ ਇਹ ਸਮਾਂ ਮਿਲਦਾ। ਤਾਂ ਆਪਣੇ ਲਈ ਇਹ ਸਾਰੇ ਹੀ ਸਮੇਂ ਯਾਦ ਕਰਨੇ ਜ਼ਰੂਰੀ ਆ ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਇੱਕ ਤੁਹਾਨੂੰ ਆਪਸ਼ਨ ਜ਼ਰੂਰ ਮਿਲੇਗਾ। ਠੀਕ ਹੈ ਜੀ, ਤਾਂ ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ।
ਇਸ ਸਭਿਅਤਾ ਨੂੰ ਸਿੰਧ ਘਾਟੀ ਦਾ ਨਾਂ ਕਿਸ ਨੇ ਦਿੱਤਾ? ਦਿਆਰਾਮ ਸਾਹਨੀ, ਚਾਰਲਸ ਮੈਮਨ, ਸਰ ਅਲੈਗਜ਼ੈਂਡਰ ਕਨਿੰਗਮ ਜਾਂ ਸਰ ਜੌਨ ਮਾਰਸ਼ਲ। ਹੜੱਪਾ ਸਭਿਅਤਾ ਨੂੰ ਸਿੰਧ ਘਾਟੀ ਦਾ ਨਾਮ ਕਿਸ ਨੇ ਦਿੱਤਾ? ਸਰ ਜੌਨ ਮਾਰਸ਼ਲ ਨੇ। ਸਭ ਤੋਂ ਪਹਿਲਾਂ ਇਸ ਸਭਿਅਤਾ ਦਾ ਸਰਵੇ ਕਿਸ ਨੇ ਕੀਤਾ? ਦਿਆਰਾਮ ਸਾਹਨੀ, ਅਮਲਾਨੰਦ ਘੋਸ਼, ਅਲੈਗਜ਼ੈਂਡਰ ਕਨਿੰਗਮ, ਜਾਨ ਵਾਰਟਨ। ਤਾਂ ਜੀ ਇਸ ਸਭਿਅਤਾ ਦਾ ਸਰਵੇ ਸਭ ਤੋਂ ਪਹਿਲਾਂ ਅਲੈਗਜ਼ੈਂਡਰ ਕਨਿੰਗਮ ਨੇ ਕੀਤਾ। ਪਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਸਭਿਅਤਾ ਵੱਲ ਸਭ ਤੋਂ ਪਹਿਲਾਂ ਜੋ ਆਕਰਸ਼ਿਤ ਹੋਇਆ ਸੀ ਉਸ ਦਾ ਨਾਮ ਸੀ ਚਾਰਲਸ ਮੈਮਨ। ਸਭਿਅਤਾ ਦਾ ਸਰਵੇ ਅਲੈਗਜ਼ੈਂਡਰ ਕਨਿੰਗਮ ਨੇ ਕੀਤਾ ਹੈ, ਪਰ ਸਭ ਤੋਂ ਪਹਿਲਾਂ ਇਸ ਸਭਿਅਤਾ ਵੱਲ ਜੋ ਆਕਰਸ਼ਿਤ ਹੋਏ ਸੀ, ਜਿਨ੍ਹਾਂ ਦਾ ਸਭ ਤੋਂ ਪਹਿਲਾਂ ਧਿਆਨ ਗਿਆ ਸੀ ਇਸ ਸਭਿਅਤਾ ਵੱਲ, ਉਹਨਾਂ ਦਾ ਨਾਮ ਹੈ ਚਾਰਲਸ ਮੈਮਨ। ਹੜੱਪਾ ਸਭਿਅਤਾ ਕਿੰਨੇ ਵਰਗ ਕਿਲੋਮੀਟਰ ਵਿੱਚ ਫੈਲੀ ਸੀ? 12,99,600, 12 ਲੱਖ ਵਰਗ ਕਿਲੋਮੀਟਰ, 13 ਲੱਖ ਵਰਗ ਕਿਲੋਮੀਟਰ ਜਾਂ ਸਾਰੇ ਸਹੀ ਹਨ? ਇਸ ਵਿੱਚੋਂ ਇਸ ਦਾ ਉੱਤਰ ਆਵੇਗਾ ਡੀ, ਸਾਰੇ ਸਹੀ ਹਨ, ਕਿਉਂਕਿ ਇਹ ਸਾਰੇ ਇੱਕ ਹੀ ਆਨਸਰ ਹੈ। 12,99,600 ਭਾਵ 12 ਲੱਖ ਵਰਗ ਕਿਲੋਮੀਟਰ, ਔਰ ਇਸ ਤੋਂ ਹੀ ਭਾਵ ਬਣਦਾ ਕਿਉਂਕਿ ਉਹਦੇ 99,600 ਆਇਆ ਹੋਇਆ, ਇਸ ਕਰਕੇ ਇਸ ਦਾ ਆਨਸਰ 13 ਲੱਖ ਵਰਗ ਕਿਲੋਮੀਟਰ ਵੀ ਬਣ ਜਾਂਦਾ ਹੈ। ਇਸ ਕਰਕੇ ਇਹਨਾਂ ਵਿੱਚੋਂ ਜੋ ਵੀ ਆਨਸਰ ਤੁਹਾਨੂੰ ਮਿਲੇਗਾ ਆਪਸ਼ਨ ਵਿੱਚ ਉਹ ਸਹੀ ਹੋਵੇਗਾ। ਹੜੱਪਾ ਸਭਿਅਤਾ ਦਾ ਪ੍ਰਾਚੀਨ ਨਾਮ ਕੀ ਸੀ? ਕਾਂਸਾ ਯੁੱਗ, ਤਾਂਬਾ ਯੁੱਗ, ਸਿੰਧੂ ਜਾਂ ਮੇਲੁਹਾ। ਤਾਂ ਜੀ ਇਸ ਦਾ ਸਹੀ ਉੱਤਰ ਹੈ ਮੇਲੁਹਾ। ਮੇਲੁਹਾ ਇਸ ਕਰਕੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਮੋਰ ਪਾਏ ਜਾਂਦੇ ਸੀ ਤੇ ਇਸੇ ਕਰਕੇ ਇਸ ਸਭਿਅਤਾ ਦਾ ਨਾਂ ਮੇਲੁਹਾ ਸੀ। ਸਿੰਧ ਘਾਟੀ ਸਭਿਅਤਾ ਦੀ ਲਿਪੀ ਕੀ ਸੀ? ਸੌਰੀ ਜੀ, ਲਿਖ ਲਿਆ ਗਿਆ, ਇੱਥੇ ਲਿਪੀ ਆਉਣਾ ਹੈ। ਸਿੰਧੀ, ਚਿੰਨ੍ਹਾਤਮਕ, ਚਿੱਤਰਮਈ ਜਾਂ ਸੰਕੇਤਕ। ਇਸ ਦਾ ਸਹੀ ਉੱਤਰ ਹੈ ਚਿੱਤਰਮਈ, ਜਿਹਨੂੰ ਪਿਕਟੋਗ੍ਰਾਫ ਵੀ ਲਿਖਿਆ ਜਾਂਦਾ ਹੈ ਕਈ ਜਗ੍ਹਾ ਤੇ, ਕਿ ਪਿਕਟੋਗ੍ਰਾਫ ਦਾ ਮੀਨਸ ਹੈ ਚਿੱਤਰਮਈ। ਠੀਕ ਹੈ ਜੀ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਵਾਂ ਕਿ ਕਈ ਜੋ ਵਿਦਵਾਨ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਇਸ ਲਿਪੀ ਨੂੰ ਪੜ੍ਹ ਲਿਆ ਹੈ। ਹਾਂਜੀ, 1992 ਦੇ ਵਿੱਚ ਦੋ ਵਿਦਵਾਨ NK ਵਰਮਾ ਔਰ ਅਰੁਣ ਪਾਠਕ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਇਸ ਲਿਪੀ ਨੂੰ ਪੜ੍ਹ ਲਿਆ ਹੈ, ਪਰ ਇਸ ਨੂੰ ਜਿਹੜੀ ਹੈਗੀ ਪ੍ਰਮਾਣਤਾ ਨਹੀਂ ਮਿਲੀ ਹੈਗੀ। ਕਿਹਾ ਗਿਆ ਕਿ ਇਸ ਲਿਪੀ ਨੂੰ ਹਜੇ ਤੱਕ ਨਹੀਂ ਪੜ੍ਹਿਆ ਗਿਆ। ਵਰਨਾਂ ਦੀ ਕੁੱਲ ਗਿਣਤੀ ਕਿੰਨੀ ਸੀ? ਤਾਂ ਇਹ ਆਪਣਾ ਜੋ ਪੰਜਾਬ ਬੋਰਡ ਦੀਆਂ ਬੁੱਕਸ ਨੇ ਉਹਦੇ ਉੱਪਰ ਸਹੀ ਆਨਸਰ ਇਹੀ ਆਂਦਾ ਕਿ 270, ਪਰ ਕਈ ਕਿਤਾਬਾਂ 'ਤੇ 250 ਤੋਂ 400 ਵਰਨ ਵੀ ਮੰਨੇ ਜਾਂਦੇ ਆ, ਪਰ ਇਸ ਦਾ ਸਹੀ ਉੱਤਰ ਅਗਰ ਆਪਾਂ ਮੰਨਾਂਗੇ ਤਾਂ ਉਹ 270 ਹੈ। ਹੜੱਪਾ ਸਭਿਅਤਾ ਦਾ ਆਕਾਰ ਕੀ ਸੀ? ਵਰਗਕਾਰ, ਅੰਡਾਕਾਰ, ਤ੍ਰਿਭੁਜ ਜਾਂ ਗੋਲ। ਹੜੱਪਾ ਸਭਿਅਤਾ ਦਾ ਆਕਾਰ ਕੀ ਸੀ? ਤਾਂ ਇਸ ਦਾ ਉੱਤਰ ਹੈ ਜੀ ਤ੍ਰਿਭੁਜ ਆਕਾਰ ਦੀ ਸੀ ਹੜੱਪਾ ਸਭਿਅਤਾ। ਠੀਕ ਹੈ ਜੀ। ਸੰਸਾਰ ਵਿੱਚ ਕਪਾਹ ਦੀ ਖੇਤੀ ਸਭ ਤੋਂ ਪਹਿਲਾਂ ਕਿੱਥੇ ਹੋਈ? ਸਿੰਧ, ਯੂਨਾਨ, ਮੈਸੋਪੋਟਾਮੀਆ ਜਾਂ ਮਿਸਰ। ਤਾਂ ਸੰਸਾਰ ਵਿੱਚ ਕਪਾਹ ਦੀ ਖੇਤੀ ਸਭ ਤੋਂ ਪਹਿਲਾਂ ਸਿੰਧ ਵਿੱਚ ਹੋਈ ਹੈ ਜੀ, ਸਿੰਧੂ ਘਾਟੀ ਤੇ ਇਸ ਨੂੰ ਸਿਡਨ ਦਾ ਨਾਮ ਯੂਨਾਨੀਆਂ ਨੇ ਦਿੱਤਾ। ਕਈ ਵਾਰ ਕੁਐਸਚਨਸ ਦੇ ਵਿੱਚ ਆ ਜਾਂਦਾ ਕਿ ਸਿੰਧ ਘਾਟੀ ਦੀ ਜੋ ਸਭਿਅਤਾ ਉਹ ਕਿਸ ਫਸਲ ਲਈ ਜਾਣੀ ਜਾਂਦੀ ਸੀ, ਤਾਂ ਉੱਥੇ ਵੈਸੇ ਉਹ ਕਪਾਹ ਲਈ ਜਾਣੀ ਜਾਂਦੀ ਸੀ, ਪਰ ਕਈ ਵਾਰ ਆਪਸ਼ਨ ਦੇ ਵਿੱਚ ਸਾਨੂੰ ਆ ਜਾਂਦਾ ਹੈ ਸਿਡਨ ਜੋ ਵਰਡ ਹੈ ਇਹ ਕਪਾਹ ਲਈ ਹੀ ਵਰਤਿਆ ਜਾਂਦਾ ਹੈ, ਪਰ ਇਸ ਵਰਡ ਨੂੰ ਯੂਜ਼ ਕੀਤਾ ਯੂਨਾਨੀਆਂ ਨੇ। ਯੂਨਾਨ ਤੋਂ ਹੀ ਸ਼ਬਦ ਆਇਆ ਸਿਡਨ। ਠੀਕ ਹੈ ਜੀ। ਅਗਰ ਤੁਸੀਂ ਸਿਡਨ ਆਨਸਰ ਲਗਾਉਂਦੇ ਹੋ ਤਾਂ ਉਹ ਵੀ ਸਹੀ ਹੋਵੇਗਾ। ਹੜੱਪਾ ਦੀ ਸਮਕਾਲੀ ਜਾਂ ਹਮ ਉਮਰ ਸਭਿਅਤਾ ਕਿਹੜੀ ਹੈ? ਮਿਸਰ, ਸੁਮੇਰੀਅਨ, ਬੇਬੀਲੋਨ, ਮੈਸੋਪੋਟਾਮੀਆ। ਹੜੱਪਾ ਦੀ ਸਮਕਾਲੀ ਜਾਂ ਹਮ ਉਮਰ ਮਤਲਬ ਜੋ ਹੜੱਪਾ ਸਭਿਅਤਾ ਦੇ ਨਾਲ ਵਧੀ ਫੁੱਲੀ ਹੈ। ਤਾਂ ਜੀ ਇਹ ਚਾਰੇ ਹੀ ਆਪਸ਼ਨ ਬਿਲਕੁਲ ਸਹੀ ਹੈ। ਮਿਸਰ, ਸੁਮੇਰੀਅਨ, ਬੇਬੀਲੋਨ ਔਰ ਮੈਸੋਪੋਟਾਮੀਆ ਦੀ ਸਭਿਅਤਾ, ਇਹ ਸਾਰੀਆਂ ਹੀ ਚਾਰੋਂ ਦੀਆਂ ਚਾਰੋਂ ਸਭਿਅਤਾਵਾਂ ਹੜੱਪਾ ਸਭਿਅਤਾ ਦੇ ਨਾਲ ਹੀ ਉਪਜੀਆਂ ਹਨ।
ਮੋਹਨਜੋਦੜੋ ਜੋ ਕਿ ਹੜੱਪਾ ਸੱਭਿਅਤਾ ਦਾ ਮਹੱਤਵਪੂਰਨ ਕੇਂਦਰ ਹੈ, ਉਸ ਦਾ ਆਕਾਰ ਕੀ ਸੀ? ਵਰਗਕਾਰ, ਤ੍ਰਿਭੁਜ, ਗੋਲ ਜਾਂ ਅੰਡਾਕਾਰ? ਹੜੱਪਾ ਸੱਭਿਅਤਾ ਦਾ ਆਪਾਂ ਪੜ੍ਹਿਆ ਕਿ ਹੜੱਪਾ ਸੱਭਿਅਤਾ ਦਾ ਆਕਾਰ ਕੀ ਸੀ, ਤਾਂ ਉਸ ਦਾ ਆਕਾਰ ਕੀ ਸੀ? ਤ੍ਰਿਭੁਜ। ਇੱਥੇ ਮੋਹਨਜੋਦੜੋ ਦਾ ਆਕਾਰ ਕੀ ਹੈ? ਵਰਗਕਾਰ। ਮੋਹਨਜੋਦੜੋ ਜੋ ਸ਼ਹਿਰ ਸੀ, ਜੋ ਕੇਂਦਰ ਹੈ ਹੜੱਪਾ ਸੱਭਿਅਤਾ ਦਾ, ਉਸ ਦਾ ਆਕਾਰ ਕੀ ਸੀ? ਵਰਗਕਾਰ। ਸਿੰਧ ਲੋਕਾਂ ਦਾ ਮੁੱਖ ਧੰਦਾ ਕੀ ਸੀ? ਖੇਤੀਬਾੜੀ, ਪਸ਼ੂ ਪਾਲਣ, ਵਪਾਰ ਜਾਂ ਦਸਤਕਾਰੀ? ਸਿੰਧ ਲੋਕਾਂ ਦਾ ਮੁੱਖ ਧੰਦਾ ਪਸ਼ੂ ਪਾਲਣ ਸੀ। ਸਿੰਧ ਲੋਕਾਂ ਦਾ ਮੁੱਖ ਧੰਦਾ ਕੀ ਸੀ? ਪਸ਼ੂ ਪਾਲਣ। ਹਾਂਜੀ। ਲੋਕਾਂ ਦਾ ਹਰਮਨ ਪਿਆਰਾ ਧੰਦਾ ਕੀ ਸੀ? ਇਸ ਸੱਭਿਅਤਾ ਦੇ ਲੋਕਾਂ ਦਾ ਹਰਮਨ ਪਿਆਰਾ ਧੰਦਾ ਕੀ ਸੀ? ਸੁਨਿਆਰਾ, ਘੁਮਿਆਰਾ, ਕਢਾਈ ਬੁਣਾਈ ਜਾਂ ਪਸ਼ੂ ਪਾਲਣ? ਤਾਂ ਇਸ ਦਾ ਸਹੀ ਉੱਤਰ ਹੈ ਜੀ ਕਢਾਈ ਬੁਣਾਈ। ਹੜੱਪਾ ਸੱਭਿਅਤਾ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ ਕਿੰਨੀ ਹੈ? 1900, 1800, 1200 ਜਾਂ 2000? ਹੜੱਪਾ ਸੱਭਿਅਤਾ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ 2000 ਹੈ। ਠੀਕ ਹੈ ਜੀ। ਕਿੰਨੀਆਂ ਮੋਹਰਾਂ ਮਿਲੀਆਂ ਨੇ? 2000 ਮੋਹਰਾਂ ਮਿਲੀਆਂ ਨੇ। ਠੀਕ ਹੈ ਜੀ। ਮੋਹਨਜੋਦੜੋ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ ਕਿੰਨੀ ਹੈ? 1900, 1800, 1200 ਜਾਂ 2000? ਹੜੱਪਾ ਸੱਭਿਅਤਾ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ 2000 ਹੈ ਤੇ ਮੋਹਨਜੋਦੜੋ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ 1200। ਮੋਹਨਜੋਦੜੋ ਵਿੱਚ ਮਿਲੀਆਂ ਮੋਹਰਾਂ ਦੀ ਗਿਣਤੀ ਕਿੰਨੀ ਹੈ ਜੀ? 1200। ਹੜੱਪਾ ਸੱਭਿਅਤਾ ਦੇ ਲੋਕ ਕਿਹਨਾਂ ਦੇਸ਼ਾਂ ਨਾਲ ਵਪਾਰ ਕਰਦੇ ਸਨ? ਸੁਮੇਰ ਆਣਾ ਇੱਥੇ। ਮਿਸਰ, ਸੁਮੇਰ, ਮੈਸੋਪੋਟਾਮੀਆ ਜਾਂ ਸਾਰੇ? ਤਾਂ ਇਸ ਦਾ ਉੱਤਰ ਹੋਵੇਗਾ ਸਾਰੇ, ਕਿਉਂਕਿ ਹੜੱਪਾ ਸੱਭਿਅਤਾ ਦੇ ਲੋਕ ਜਿਨ੍ਹਾਂ ਨਾਲ ਵਪਾਰ ਕਰਦੇ ਸੀ ਉਹ ਸੀ ਮਿਸਰ ਦੇ ਲੋਕ, ਸੁਮੇਰ ਦੇ ਲੋਕ ਔਰ ਮੈਸੋਪੋਟਾਮੀਆ ਦੇ ਲੋਕ। ਕਿਸ ਧਾਤ ਦੀ ਵਰਤੋਂ ਨਹੀਂ ਕਰਦੇ ਸਨ? ਸੋਨਾ, ਚਾਂਦੀ, ਲੋਹਾ, ਤਾਂਬਾ? ਤਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਲੋਹੇ ਦੀ ਵਰਤੋਂ ਨਹੀਂ ਕਰਦੇ ਸਨ। ਅਸਲ ਵਿੱਚ ਉਹ ਲੋਹਾ ਧਾਤ ਹਜੇ ਹੋਂਦ ਵਿੱਚ ਹੀ ਨਹੀਂ ਆਇਆ ਸੀ। ਉਹ ਇਸ ਧਾਤ ਬਾਰੇ ਬਿਲਕੁਲ ਵੀ ਨਹੀਂ ਜਾਣਦੇ ਸੀ। ਇਸ ਤੋਂ ਇਲਾਵਾ ਉਹ ਤਲਵਾਰ, ਸ਼ੇਰ ਅਤੇ ਘੋੜੇ ਅਤੇ ਖੰਡ ਬਾਰੇ ਬਿਲਕੁਲ ਵੀ ਨਹੀਂ ਜਾਣਦੇ ਸੀਗੇ। ਘੋੜੇ ਦੇ ਜੋ ਅਵਸ਼ੇਸ਼ ਆ ਉਹ ਮਿਲੇ ਆ, ਉਹ ਆਪਾਂ ਗੱਲ ਅਗਲੇ ਲੈਸਨ ਵਿੱਚ ਕਰਾਂਗੇ ਜਦੋਂ ਆਪਾਂ ਹੜੱਪਾ ਸੱਭਿਅਤਾ ਦੇ ਕੇਂਦਰਾਂ ਦੀ ਖੋਜ ਅਤੇ ਉਹਨਾਂ ਵਿੱਚ ਉੱਥੋਂ ਮਿਲੇ ਜਿਹੜੇ ਜੋ ਮੇਨ ਅਵਸ਼ੇਸ਼ ਨੇ ਉਹਨਾਂ ਦੀ ਗੱਲ ਕਰਾਂਗੇ। ਫਿਰ ਆਪਾਂ ਇਸ ਟੌਪਿਕ ਨੂੰ ਜ਼ਰੂਰ ਸ਼ੁਰੂ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਕਿ ਲੋਹਾ, ਸ਼ੇਰ, ਤਲਵਾਰ ਅਤੇ ਖੰਡ, ਇਸ ਬਾਰੇ ਹੜੱਪਾ ਸੱਭਿਅਤਾ ਦੇ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਸੱਤਾ ਸ਼ਕਤੀ ਕਿਸ ਵਰਗ ਦੇ ਹੱਥਾਂ ਵਿੱਚ ਸੀ? ਰਾਜਾ, ਦੇਵੀ ਦੇਵਤੇ, ਜਨਤਾ ਜਾਂ ਪੁਰੋਹਿਤ? ਸੱਤਾ ਸ਼ਕਤੀ ਕਿਸ ਵਰਗ ਦੇ ਹੱਥ ਵਿੱਚ ਸੀ? ਕੌਣ ਸੀ ਜੋ ਸ਼ਾਸਨ ਕਰਦਾ ਸੀ? ਰਾਜਾ, ਦੇਵੀ ਦੇਵਤੇ, ਜਨਤਾ ਜਾਂ ਪੁਰੋਹਿਤ? ਤਾਂ ਇਸ ਦਾ ਸਹੀ ਉੱਤਰ ਹੈ ਜੀ ਪੁਰੋਹਿਤ। ਨਗਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ? 1, 2, 3 ਜਾਂ 4? ਤਾਂ ਜੀ ਇਹਦਾ ਸਹੀ ਆਨਸਰ ਹੈ 2। ਨਗਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ? 2 ਭਾਗ। ਇੱਕ ਅੱਪਰ ਪਾਰਟ ਹੁੰਦਾ ਸੀ ਔਰ ਇੱਕ ਲੋਅਰ ਪਾਰਟ ਹੁੰਦਾ ਸੀ। ਜਿਹੜਾ ਅੱਪਰ ਪਾਰਟ ਹੁੰਦਾ ਸੀ ਉੱਥੇ ਪੁਰੋਹਿਤ ਵਰਗ ਜਾਂ ਅਮੀਰ ਵਰਗ ਰਹਿੰਦਾ ਸੀ, ਅਤੇ ਜੋ ਲੋਅਰ ਵਰਗ ਹੁੰਦਾ ਸੀ ਉੱਥੇ ਜੋ ਨੀਚੇ ਵਾਲਾ ਆਕਾਰ ਹੁੰਦਾ ਸੀ ਉੱਥੇ ਗਰੀਬ ਲੋਕ ਅਤੇ ਮਜ਼ਦੂਰ ਲੋਕ ਰਹਿੰਦੇ ਸੀ, ਆਮ ਜਨਤਾ ਰਹਿੰਦੀ ਸੀ। ਠੀਕ ਹੈ ਜੀ। ਮਿਲੀਆਂ ਇੱਟਾਂ ਦਾ ਸਾਈਜ਼ ਕੀ ਸੀ? 2.1.4, 1.2.4, 2.4.1, 4.2.1? ਤਾਂ ਇਸ ਦਾ ਸਹੀ ਉੱਤਰ ਹੈ ਜੀ D, 4.2.1। ਕਿਸ ਨਗਰ ਦੀਆਂ 7 ਤਹਿਾਂ ਮਿਲੀਆਂ ਹਨ? ਹੜੱਪਾ, ਲੋਥਲ, ਮੋਹਨਜੋਦੜੋ ਜਾਂ ਧੌਲਾਵੀਰਾ? ਉਹ ਕਿਹੜਾ ਨਗਰ ਹੈ ਜੀ ਜੋ 7 ਤਹਿਾਂ ਵਿੱਚ ਮਿਲਿਆ?
ਤਾਂ ਉਸ ਦਾ ਸਹੀ ਉੱਤਰ ਹੈ ਮੋਹਨਜੋਦੜੋ। ਮੋਹਨਜੋਦੜੋ ਹੈ ਜੀ, ਜਿਸ ਦੀਆਂ 7 ਤਹਿਾਂ ਮਿਲੀਆਂ। ਠੀਕ ਹੈ। ਸਭਿਅਤਾ ਦੇ ਮਕਾਨ ਕਿੰਨੇ ਪ੍ਰਕਾਰ ਦੇ ਸਨ? ਹੜੱਪਾ ਸਭਿਅਤਾ ਦੇ ਮਕਾਨ ਕਿੰਨੇ ਪ੍ਰਕਾਰ ਦੇ ਸਨ? 1 ਮੰਜ਼ਿਲਾ, 2 ਮੰਜ਼ਿਲਾ, ਬਿਨਾ ਮੰਜ਼ਿਲਾ ਜਾਂ ਸਾਰੇ? ਤਾਂ ਇਸ ਦਾ ਸਹੀ ਉੱਤਰ ਹੈ ਸਾਰੇ। ਕਈ ਜੋ ਮਕਾਨ ਸੀ ਉਹ ਬਿਨਾਂ ਕਿਸੇ ਮੰਜ਼ਿਲ ਤੋਂ ਬਣਦੇ ਸੀ। ਕਈ ਮਕਾਨ ਸੀਗੇ ਜਿਹੜੇ ਉਹਨਾਂ ਦੀ 1 ਮੰਜ਼ਿਲ ਹੁੰਦੀ ਸੀ, ਕਈਆਂ ਦੀਆਂ 2 ਮੰਜ਼ਿਲਾਂ ਜਾਂ ਇਸ ਤੋਂ ਵੱਧ ਮੰਜ਼ਿਲਾਂ ਦੇ ਵੀ ਹੁੰਦੇ ਸੀ। ਮੋਹਨਜੋਦੜੋ ਵਿੱਚ ਮਿਲੇ ਇਸ਼ਨਾਨ ਘਰ ਦਾ ਆਕਾਰ ਕੀ ਹੈ? A 39 ਗੁਣਾ 23 ਗੁਣਾ 8, B 23 ਗੁਣਾ 39 ਗੁਣਾ 8, C 8 ਗੁਣਾ 39 ਗੁਣਾ 23, D 23 ਗੁਣਾ 8 ਗੁਣਾ 39। ਤਾਂ ਇਸ ਦਾ ਉੱਤਰ ਹੈ ਜੀ A 39 ਗੁਣਾ 23 ਗੁਣਾ 8। ਠੀਕ ਹੈ ਜੀ। ਕਈ ਵਾਰ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ ਕਿ ਉਹੀ ਜੋ ਅੱਖਰ ਹੈ ਉਹਨਾਂ ਨੂੰ ਅਲੱਗ-ਅਲੱਗ ਦਿਸ਼ਾ ਦੇ ਵਿੱਚ ਲਿਖ ਦਿੱਤਾ ਜਾਂਦਾ ਹੈ ਅਤੇ ਸਾਡੇ ਲਈ ਇਹ ਬਹੁਤ ਹੀ ਕਨਫਿਊਜ਼ਨ ਬਣ ਜਾਂਦੀ ਆ, ਕਿਉਂਕਿ ਅੱਖਰ ਸਾਨੂੰ ਸਾਰੇ ਯਾਦ ਹੁੰਦੇ ਆ ਪਰ ਪ੍ਰੋਬਲਮ ਇਹ ਆ ਜਾਂਦੀ ਕਿ ਅੱਗੇ ਪਿੱਛੇ ਹੋ ਜਾਂਦੇ ਆ। ਤਾਂ ਇਸ ਕਰਕੇ ਹਮੇਸ਼ਾ ਯਾਦ ਰੱਖੋ ਜੀ 39 ਸਭ ਤੋਂ ਅੱਗੇ, ਫਿਰ 23 ਅਤੇ ਫਿਰ 8, ਜਾਣੀ ਕਿ ਪਿੱਛੇ ਨੂੰ ਘੱਟਦੇ ਕ੍ਰਮ ਵਿੱਚ। ਵੱਡਾ ਅਨਾਜ ਘਰ ਕਿੱਥੇ ਮਿਲਿਆ ਹੈ? ਹੜੱਪਾ, ਮੋਹਨਜੋਦੜੋ, ਸੰਗੋਲ ਜਾਂ ਚਨਹੁਦੜੋ ਦੇ ਵਿੱਚ? ਤਾਂ ਜੀ ਵੱਡਾ ਅਨਾਜ ਘਰ ਮਿਲਿਆ ਹੈ ਮੋਹਨਜੋਦੜੋ ਦੇ ਵਿੱਚ। ਠੀਕ ਹੈ। ਹੜੱਪਾ ਸਭਿਅਤਾ ਦਾ ਨਖਲੇ ਸਥਾਨ ਕਿਸ ਨੂੰ ਕਹਿੰਦੇ ਹਨ? ਲੋਥਲ, ਧੌਲਾਵੀਰਾ, ਮੋਹਨਜੋਦੜੋ ਜਾਂ ਫਿਰ ਕਾਲੀਬੰਗਾ? ਤਾਂ ਇਸ ਦਾ ਸਹੀ ਉੱਤਰ ਹੈ ਜੀ ਮੋਹਨਜੋਦੜੋ। ਹੜੱਪਾ ਸਭਿਅਤਾ ਦਾ ਨਖਲੇ ਸਥਾਨ ਮੋਹਨਜੋਦੜੋ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਜੋ ਸੀ ਉਹ ਸਿੰਧ ਨਦੀ ਦੇ ਕਿਨਾਰੇ 'ਤੇ ਵਸਿਆ ਹੋਇਆ ਸੀ। ਇਸ ਕਰਕੇ ਇਸ ਸ਼ਹਿਰ ਨੂੰ ਹੜੱਪਾ ਸਭਿਅਤਾ ਦਾ ਨਕਲੀ ਸਥਾਨ ਕਿਹਾ ਜਾਂਦਾ ਹੈ। ਹਾਂਜੀ, ਇੱਥੇ ਮੈਂ 30 ਕੁਐਸਚਨ ਤੁਹਾਡੇ ਲਈ ਬਣਾਏ ਸੀ। ਉਮੀਦ ਹੈ ਕਿ ਤੁਹਾਨੂੰ ਇਹਨਾਂ ਕੁਐਸਚਨ ਤੋਂ ਕਾਫੀ ਹੈਲਪ ਮਿਲੀ ਹੋਊਗੀ, ਕੋਈ ਡਾਊਟ ਵੀ ਦੂਰ ਹੋਇਆ ਹੋਊਗਾ। ਅਤੇ ਫਿਰ ਵੀ ਅਗਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਜਾਂ ਆਡੀਓ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਤੁਸੀਂ ਕੁਛ ਹੋਰ ਇੰਪਰੂਵਮੈਂਟ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰੋ। ਧੰਨਵਾਦ ਜੀ।